ਆਪ ਲਿਹੋ ਤੁਮ ਕਥਾ ਸੁਧਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਹਾਂਗੀਰ ਸੁਨ ਬਹੁਤ ਪ੍ਰਸੰਨ, ਕਹਿ ਵਜੀਰ ਖਾਂ ਕੋ ਧਨ ਧਨ। ਦੀਨੋ ਬਹੁਮੋਲਾ ਸਿਰ ਪਾਏ, ਪੰਜ ਸਹੰਸਰ ਧਨ ਮੰਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਪਾਵਨ ਕਥਾ ਸਰਵਣ ਕਰ ਰਹੇ ਹੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਹਨ। ਬਾਦਸ਼ਾਹ ਨੇ ਆਪਣੇ ਉਮਰਾਵ ਸਤਿਗੁਰਾਂ ਨੂੰ ਲਿਆਉਣ ਵਾਸਤੇ ਭੇਜੇ। ਗੁਰੂ ਸਾਹਿਬ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਤਿਆਰ ਕੀਤਾ ਹੈ ਕਿ ਤੂੰ ਗੁਰੂ ਘਰ ਦਾ ਸ਼ਰਧਾਲੂ ਹੈ, ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰ। ਗੁਰੂ ਸਾਹਿਬ ਮੇਰੀ ਬੇਨਤੀ ਮੰਨ ਕੇ ਦਿੱਲੀ ਆ ਜਾਣ ਤੇ ਸਾਨੂੰ ਦਰਸ਼ਨ ਦੇਣ। ਬਾਦਸ਼ਾਹ ਦਾ ਇਹ ਸੁਨੇਹਾ ਲੈ ਕੇ ਭਾਈ ਵਜ਼ੀਰ ਖਾਂ ਜੀ ਜਾ ਰਹੇ ਨੇ। ਆਓ ਇਹ ਕਥਾ ਸਰਵਣ ਕਰੀਏ। ਮਨ ਬਿਰਤੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹਾਂਗੀਰ ਸੁਨ ਬਹੁਤ ਪ੍ਰਸੰਨ। ਬਾਦਸ਼ਾਹ ਜਹਾਂਗੀਰ ਵਜ਼ੀਰ ਖਾਂ ਕੋਲੋਂ ਗੁਰੂ ਘਰ ਦੀ ਮਹਿਮਾ ਸੁਣ ਕੇ ਬੜਾ ਪ੍ਰਸੰਨ ਹੋਇਆ ਹੈ। ਕਹਿ ਵਜ਼ੀਰ ਖਾਂ ਕੋ ਧਨ ਧਨ। ਕਹਿਣ ਲੱਗਾ ਵਜ਼ੀਰ ਖਾਂ ਤੂੰ ਧਨ ਹੈ, ਤੇਰੇ ਮਨ ਵਿੱਚ ਗੁਰੂ ਪ੍ਰਤੀ ਇੰਨੀ ਸ਼ਰਧਾ, ਇੰਨਾ ਪਿਆਰ ਹੈ। ਦੀਨੋ ਬਹੁਮੋਲਾ ਸਿਰ ਪਾਏ। ਤੋ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਬਹੁ ਕੀਮਤੀ ਸਰੋਪਾ ਬਖਸ਼ਿਸ਼ ਕੀਤਾ ਹੈ। ਪੰਜ ਸਹੰਸਰ ਧਨ ਮੰਗਵਾਏ। ਸੋ 5000 ਰੁਪਈਆ ਵੀ ਬਾਦਸ਼ਾਹ ਨੇ ਖਜ਼ਾਨੇ ਵਿੱਚੋਂ ਮੰਗਵਾਇਆ ਹੈ। ਉਚਰੀ ਬਾਤ ਅਪੂਰਬਨੀ ਕੀ। ਕਹਿਣ ਲੱਗਾ ਵਜ਼ੀਰ ਖਾਨ ਤੂੰ ਅੱਜ ਬੜੀ ਚੰਗੀ ਸਲਾਹ ਦਿੱਤੀ ਹੈ। ਮਹਦ ਸੁਖਦ ਸਦ ਹੀ ਪ੍ਰਿਆ ਜੀ ਕੀ। ਇਹ ਮੇਰੇ ਵਾਸਤੇ ਕਲਿਆਣਕਾਰੀ ਹੈ, ਮੇਰੀ ਆਤਮਾ ਦਾ ਭਲਾ ਹੋਵੇਗਾ ਇਹਦੇ ਨਾਲ। ਬਿਨਾ ਕਰਹੁ ਅਬ ਲੈ ਕਰ ਆਵਹੁ। ਜਾ ਹੁਣ ਤੂੰ ਦੇਰੀ ਨਾ ਕਰ, ਬਿਨਾਂ ਦੇਰੀ ਦੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਲੈ ਕੇ ਆਣਾ ਕਰ। ਬਿਨਾ ਬਿਲਮ ਗੁਰ ਨਿਕਟ ਸਦਾਵਹੁ। ਔਰ ਬਿਨਾਂ ਦੇਰੀ ਦੇ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਵੀ ਗੁਰੂ ਸਾਹਿਬ ਕਿਰਪਾ ਕਰਕੇ ਇੱਥੇ ਆ ਜਾਣ। ਹਜ਼ਰਤ ਰੁਖ ਵਜ਼ੀਰ ਖਾਂ ਹੇਰ। ਕਹਿੰਦੇ ਬਾਦਸ਼ਾਹ ਨੇ ਜਦੋਂ ਇਹ ਹੁਕਮ ਦਿੱਤਾ ਵਜ਼ੀਰ ਖਾਂ ਨੇ ਸੁਣਿਆ। ਚੜ੍ਹਤ ਰੰਗ ਗਮਨਿਓ ਬਿਨ ਦੇਰ। ਵਜ਼ੀਰ ਖਾਂ ਬਿਨਾਂ ਦੇਰੀ ਦੇ ਘੋੜੇ ਤੇ ਸਵਾਰ ਹੋ ਕੇ ਗਵਾਲੀਅਰ ਵੱਲ ਚੱਲ ਪਿਆ। ਜੇ ਕੈਦੀ ਮਹਿਪਾਲਕ ਸਾਰੇ। ਗਵਾਲੀਅਰ ਦੇ ਕਿਲੇ ਵਿੱਚ ਜਿਹੜੇ 52 ਰਾਜੇ ਕੈਦੀ ਕੀਤੇ ਹੋਏ ਹਨ, ਸੁਨੀ ਸ਼ਾਹ ਨੇ ਗੁਰੂ ਹਕਾਰੇ। ਉਹਨਾਂ ਨੇ ਜਦੋਂ ਪਤਾ ਲੱਗਾ ਕਿ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬਾਦਸ਼ਾਹ ਨੇ ਵਾਪਸ ਦਿੱਲੀ ਸੱਦ ਲਿਆ ਤੇ ਗੁਰੂ ਸਾਹਿਬ ਹੁਣ ਕਿਲੇ ਵਿੱਚੋਂ ਗਵਾਲੀਅਰ ਚਲੇ ਜਾਣਗੇ। ਚਿੰਤਾ ਤੁਰ ਉਰ ਵਿਆਕੁਲ ਹੋਏ। ਕਹਿੰਦੇ ਉਹ ਜਿਹੜੇ ਰਾਜੇ ਸਨ 52 ਬੜੇ ਚਿੰਤਿਤ ਹੋ ਗਏ, ਫਿਕਰਮੰਦ ਹੋ ਗਏ, ਚਿੰਤਾ ਦੇ ਵਿੱਚ ਗਲਤਾਨ ਹੋ ਗਏ। ਸ਼ੋਰ ਧੀਰ ਮਨ ਸ਼ੋਕ ਪਰੋਏ। ਕਹਿੰਦੇ ਉਹਨਾਂ ਦਾ ਮਨ ਜਿਹੜਾ ਸੀ ਨਾ ਉਹ ਟੁੱਟ ਗਿਆ, ਸ਼ੋਕ ਦੇ ਵਿੱਚ ਡੁੱਬ ਗਏ ਵੀ ਹੁਣ ਗੁਰੂ ਸਾਹਿਬ ਤੋਂ ਅਸੀਂ ਵਿਛੜ ਜਾਵਾਂਗੇ। ਗੁਰੂ ਸਾਹਿਬ ਜਿਸ ਦਿਨ ਦੇ ਗਵਾਲੀਅਰ ਦੇ ਕਿਲੇ 'ਚ ਆਏ ਨੇ ਉਸ ਦਿਨ ਦਾ ਮਨ ਬੜਾ ਸ਼ਾਂਤ ਸੀ, ਭਜਨ ਬਾਣੀ 'ਚ ਮਨ ਲੱਗਾ ਹੋਇਆ ਸੀ, ਦੁੱਖਾਂ ਨੂੰ ਜਰਨ ਦੀ ਸ਼ਕਤੀ ਮਿਲਦੀ ਸੀ। ਹੁਣ ਇਸ ਦੁੱਖ ਦੇ ਵਿੱਚ ਅਸੀਂ ਇਕੱਲੇ ਹੀ ਰਹਿ ਜਾਵਾਂਗੇ, ਗੁਰੂ ਮਹਾਰਾਜ ਸਾਨੂੰ ਛੱਡ ਕੇ ਫਿਰ ਚਲੇ ਜਾਣਗੇ,
ਹਾਂਜੀ। ਹੋਏ ਇਕੱਤਰ ਸਗਰੇ ਚਲ ਆਏ। ਉਹ ਸਾਰੇ ਰਾਜੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਕੋਲ ਆ ਗਏ। ਕਰ ਦਰਸ਼ਨ ਪਾਇਨ ਲਪਟਾਏ। ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਦੋ ਕਰ ਜੋਰ ਅਗਾਰੀ ਖਰੇ। ਤੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਸਾਹਮਣੇ ਖਲੋ ਗਏ ਨਮਰ ਹੋਏ ਕਿਨ ਸਿਰ ਧਰ ਧਰੇ। ਤੇ ਨਿਮਰਤਾ ਦੇ ਨਾਲ ਮਹਾਰਾਜ ਦੇ ਚਰਨਾਂ 'ਚ ਸਿਰ ਧਰ ਕੇ ਦੀਨ ਬਚਨ ਕਹਿ ਆਵਤ ਕੋਈ। ਦੀਨ ਹੋ ਕੇ ਨਿਮਾਣੇ ਹੋ ਕੇ ਰੋ ਰਹੇ ਨੇ, ਘਗਿਆ ਰਹੇ ਨੇ, ਬੇਨਤੀਆਂ ਕਰ ਰਹੇ ਨੇ। ਸ਼੍ਰੀ ਗੁਰੂ ਤੁਮ ਤੇ ਵੱਡੋ ਨ ਹੋਈ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਗਰੀਬ ਨਿਵਾਜ ਸਤਿਗੁਰੂ ਜੀ, ਤੁਹਾਡੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਆਪ ਜੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ। ਇਸ ਦੁਨੀਆ ਵਿੱਚ ਸਭ ਤੋਂ ਵੱਡੇ ਸਤਿਗੁਰੂ ਜੀ ਤੁਸੀਂ ਹੋ। ਹਾਂਜੀ। ਕੋ ਹਮ ਕੋ ਕਬ ਆਨ ਛਟਾਵੈ। ਮਹਾਰਾਜ ਹੁਣ ਅਸੀਂ ਜਿਸ ਨਰਕ ਵਿੱਚ ਪਏ ਹਾਂ, ਇੱਥੋਂ ਸਾਨੂੰ ਕੌਣ ਛੁਡਾ ਸਕਦਾ ਹੈ? ਅਸੀਂ ਸਾਰੀ ਉਮਰ ਇਸੇ ਜੇਲ੍ਹ ਵਿੱਚ ਰਹਿਣਾ ਹੈ, ਇੱਥੇ ਹੀ ਮਰਨਾ ਹੈ। ਜੀਂਦੇ ਜੀ ਅਸੀਂ ਘਰ ਨਹੀਂ ਜਾ ਸਕਾਂਗੇ। ਰਛਕ ਤੁਮ ਬਿਨ ਅਪਰ ਨ ਪਾਵੈ। ਤੁਹਾਡੇ ਤੋਂ ਬਿਨਾਂ ਸਾਡਾ ਮਹਾਰਾਜ ਕੋਈ ਰਾਖਾ ਨਜ਼ਰ ਨਹੀਂ ਆਉਂਦਾ ਸਾਨੂੰ। ਸੰਸਾਰ ਦੇ ਸਾਰੇ ਰਿਸ਼ਤੇ ਨਾਤੇ ਹੁਣ ਸਾਨੂੰ ਛੱਡ ਗਏ ਨੇ। ਹੁਣ ਸੱਜਣ ਮਿੱਤਰ ਕੋਈ ਸਾਡਾ ਰਿਹਾ ਨਹੀਂ। ਹੁਣ ਤੇ ਤੁਸੀਂ ਹੀ ਸਾਡੇ ਸੱਜਣ ਹੋ, ਤੁਸੀਂ ਸਾਡੇ ਮਿੱਤਰ ਹੋ, ਤੁਸੀਂ ਸਾਡੇ ਰਾਖੇ ਹੋ, ਲੋਕ ਪਰਲੋਕ ਦੇ ਰਾਖੇ ਹੋ। ਹਾਂਜੀ। ਸ਼੍ਰੀ ਕਰਤਾਰ ਕਿਰਪਾਲ ਕਹੰਤੇ। ਤੁਸੀਂ ਪਰਮੇਸ਼ਰ ਦਾ ਹੀ ਰੂਪ ਹੋ। ਪਰਮਾਤਮਾ ਕਿਰਪਾਲੂ ਹੈ, ਦਿਆਲੂ ਹੈ, ਮਿਹਰਬਾਨ ਹੈ। ਤਿੰਨ ਸਰੂਪ ਹਮ ਤੁਮ ਹੈ ਲਖੰਤੇ। ਅਸੀਂ ਉਹੀ ਪਰਮਾਤਮਾ ਦਾ ਰੂਪ ਤੁਹਾਨੂੰ ਜਾਣਦੇ। ਤੁਸੀਂ ਵੀ ਉਸੇ ਪਰਮੇਸ਼ਰ ਦਾ ਹੀ ਰੂਪ ਹੋ। ਸ਼ਰਨ ਪਰੇ ਕੀ ਲਾਜ ਨਿਵਾਹੋ। ਕਿਰਪਾ ਕਰੋ, ਸ਼ਰਨ ਪਿਆਂ ਦੀ ਲਾਜ ਰੱਖ ਲਓ। ਸਾਨੂੰ ਆਪਣੇ ਦਾਸ ਜਾਣ ਕੇ, ਆਪਣੇ ਸੇਵਕ ਜਾਣ ਕੇ ਆਪਣੇ ਚਰਨਾਂ ਵਿੱਚ ਰੱਖੋ ਮਹਾਰਾਜ। ਦਾਨ ਅਭੈਤਾ ਦੇਹੋ ਉਤਸਾਹੋ। ਔਰ ਸਾਨੂੰ ਅਭੈ ਦਾਨ ਦਿਓ। ਸਾਡਾ ਡਰ, ਸਾਡਾ ਫਿਕਰ, ਸਾਡੀ ਚਿੰਤਾ, ਸਾਡੇ ਗਮ ਦੂਰ ਕਰ ਦਿਓ ਸੱਚੇ ਪਾਤਸ਼ਾਹ। ਦੀਨਨ ਪਰ ਦਿਆਲ ਕੀ ਬਾਨ। ਆਪ ਜੀ ਦੀ ਆਦਤ ਹੈ, ਬਾਣ ਹੈ, ਸੁਭਾਅ ਹੈ। ਤੁਸੀਂ ਗਰੀਬਾਂ ਨੂੰ ਨਿਵਾਜਦੇ ਹੋ, ਦੀਨਾਂ ਤੇ ਦਇਆ ਕਰਦੇ ਹੋ। ਦੀਨ ਦੁਖੀ ਦੇ ਰਾਖੇ ਤੁਸੀਂ ਹੋ ਮਹਾਰਾਜ। ਬਿਰਦ ਗਰੀਬ ਨਿਵਾਜ ਮਹਾਨ। ਮਹਾਰਾਜ ਤੁਹਾਡਾ ਬਿਰਦ ਹੈ ਗਰੀਬ ਨਿਵਾਜ। ਤੁਹਾਡੇ ਤੋਂ ਵੱਧ ਕੇ ਗਰੀਬਾਂ ਨੂੰ ਨਿਵਾਜਣ ਵਾਲਾ ਇਸ ਸੰਸਾਰ ਤੇ ਕੋਈ ਨਹੀਂ ਹੈ। ਹਾਂਜੀ। ਬਿਨ ਗੁਣ ਗਜ ਆਰਾਧਨਾ ਕਰੀ। ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਜਿਵੇਂ ਇੱਕ ਹਾਥੀ ਤੁਹਾਡੀ ਸ਼ਰਨ ਵਿੱਚ ਆਇਆ ਸੀ, ਉਸ ਹਾਥੀ ਵਿੱਚ ਕੋਈ ਗੁਣ ਨਹੀਂ ਸੀ। ਉਹ ਵਿਚਾਰਾ ਇੱਕ ਪਸ਼ੂ ਸੀ, ਪਰ ਉਹਨੇ ਤੁਹਾਨੂੰ ਯਾਦ ਕੀਤਾ ਸੀ। ਉਸ ਵੇਲੇ ਜਦੋਂ ਉਹ ਪਾਣੀ ਦੇ ਵਿੱਚ ਉਹਦੀਆਂ ਲੱਤਾਂ ਨੂੰ ਤੰਦੂਏ ਨੇ, ਗਰਾਹ ਨੇ ਪਕੜ ਲਿਆ ਤੇ ਥੱਲੇ ਹੀ ਉਸ ਨੂੰ ਖਿੱਚੀ ਜਾਂਦਾ ਸੀ। ਹਾਥੀ ਡੁੱਬਣ ਲੱਗਾ ਸੀ। ਡੁੱਬਦੇ ਹੋਏ ਹਾਥੀ ਨੇ ਮਹਾਰਾਜ ਤੁਹਾਨੂੰ ਯਾਦ ਕੀਤਾ ਸੀ ਤੇ ਉਸ ਵੇਲੇ ਕਰ ਧਰੇ ਚੱਕਰ ਬੈਕੁੰਠ ਤੇ ਆਏ। ਗਜ ਹਸਤੀ ਕੇ ਪ੍ਰਾਣ ਉਬਾਰੀਲੇ। ਮਹਾਰਾਜ ਤੁਸੀਂ ਸੁਦਰਸ਼ਨ ਚੱਕਰ ਮਾਰ ਕੇ ਤੰਦੂਏ ਦੀਆਂ ਤੰਦਾਂ ਕੱਟ ਦਿੱਤੀਆਂ, ਹਾਥੀ ਨੂੰ ਬਾਹਰ ਕੱਢ ਲਿਆ ਸੀ। ਜਿਵੇਂ ਮਹਾਰਾਜ ਗਜ ਦੀ ਹਾਥੀ ਦੀ ਸਹਾਇਤਾ ਕੀਤੀ ਸੀ। ਨਗਨ ਚਰਨ ਤਾਏ ਪ੍ਰਭ ਹਰੀ। ਉਦੋਂ ਮਹਾਰਾਜ ਨੰਗੇ ਪੈਰੀ ਤੁਸੀਂ ਦੌੜੇ ਆਏ ਸੀ ਤੇ ਆ ਕੇ ਉਸ ਹਾਥੀ ਦੀ ਜਾਨ ਬਚਾਈ ਸੀ। ਸ਼੍ਰੀ ਗੁਰ ਸਰਬ ਭਾਂਤ ਸਮਰੰਥ। ਇਹ ਮਹਾਰਾਜ ਜੀ ਆਪ ਸਰਬ ਭਾਂਤ ਸਮਰੱਥ ਹੋ, ਸਭ ਕੁਝ ਕਰ ਸਕਦੇ ਹੋ। ਤੁਹਾਡੇ ਹੁਕਮ ਤੋਂ ਬਿਨਾਂ ਮਹਾਰਾਜ ਪੱਤਾ ਨਹੀਂ ਹਿੱਲ ਸਕਦਾ। ਸਭ ਕੁਝ ਤੁਹਾਡੀ ਰਜਾ ਵਿੱਚ ਹੈ ਗੁਰੂ ਜੀ। ਕਰਨ ਕਰਾਵਣ ਹਾਰ ਸੁਆਮੀ ਹੋ ਤੁਸੀਂ। ਹਾਂਜੀ। ਪੰਜਨ ਰਚਨ ਆਪ ਕੇ ਹੱਥ। ਭੰਨਣਾ ਘੜਨਾ ਸਭ ਤੁਹਾਡੇ ਹੱਥ ਵਿੱਚ ਹੈ। ਜੋ ਚਾਹੋ ਤੁਸੀਂ ਕਰ ਸਕਦੇ ਹੋ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਜਿਹੜਾ ਕੰਮ ਕਦੀ ਨਹੀਂ ਹੋ ਸਕਦਾ ਮਹਾਰਾਜ, ਉਹ ਤੁਸੀਂ ਕਰ ਸਕਦੇ ਹੋ। ਹਾਂਜੀ। ਤੁਮ ਤੇ ਹੋਏ ਹਮ ਕੈਦ ਖਲਾਸੀ। ਇਹ ਮਹਾਰਾਜ ਤੁਹਾਡੀ ਕਿਰਪਾ ਨਾਲ ਸਾਡੀ ਜੇਲ੍ਹ ਵਿੱਚੋਂ, ਇਸ ਨਰਕ ਵਿੱਚੋਂ ਬੰਦ ਖਲਾਸੀ ਹੋ ਸਕਦੀ ਹੈ। ਤੁਸੀਂ ਸਾਨੂੰ ਇੱਥੋਂ ਕੈਦ ਵਿੱਚੋਂ ਕਢਾ ਸਕਦੇ ਹੋ।
ਅਪਰ ਸਭਨ ਤੇ ਪਏ ਨਿਰਾਸੀ। ਹੋਰ ਸਾਰਿਆਂ ਪਾਸਿਆਂ ਤੋਂ ਅਸੀਂ ਨਿਰਾਸ਼ ਹੋ ਗਏ ਹਾਂ। ਹੋਰ ਸਾਡੀ ਹੁਣ ਕੋਈ ਆਸ ਉਮੀਦ ਰਹਿ ਨਹੀਂ ਗਈ ਗੁਰੂ ਜੀ। ਬੈਸ ਬਿਤਾਏ ਬੀਚ ਹੀ ਮਰੈ। ਹੁਣ ਮਹਾਰਾਜ ਅਸੀਂ ਸਾਰੀ ਉਮਰ ਇਸੇ ਕਿਲੇ ਵਿੱਚ ਹੀ ਬਿਤਾਵਾਂਗੇ ਤੇ ਇਸੇ ਕਿਲੇ ਵਿੱਚ ਹੀ ਅਸੀਂ ਮਰਾਂਗੇ ਸੱਚੇ ਪਾਤਸ਼ਾਹ। ਹਾਂਜੀ, ਤੁਮ ਤੇ ਛੁਟ ਹੈ ਆਸ ਹਮ ਤਰੈ। ਹੁਣ ਅਸੀਂ ਇਹੀ ਆਸ ਰੱਖਦੇ ਹਾਂ ਕਿ ਆਪ ਜੀ ਸਾਨੂੰ ਛੁਡਾ ਕੇ ਇਸ ਕਿਲੇ ਵਿੱਚੋਂ ਲਿਜਾ ਸਕਦੇ ਹੋ। ਇਤਿਆਦਿਕ ਕਹਿ ਬਿਨੈ ਬਡੇਰੀ। ਇਸ ਪ੍ਰਕਾਰ ਦੇ ਨਾਲ ਉਹਨਾਂ ਰਾਜਿਆਂ ਨੇ ਬੜੀ ਨਿਮਰਤਾ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਕਿਰਪਾ ਦ੍ਰਿਸ਼ਟ ਸੁਨ ਸਤਿਗੁਰ ਹੇਰੀ। ਉਹਨਾਂ ਰਾਜਿਆਂ ਦੀ ਬੇਨਤੀਆਂ ਸੁਣ ਕੇ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ। ਆਪਣੀ ਰਸਨਾ ਤੋਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ। ਦਈ ਧੀਰ ਜੇਤੇ ਨਰਨਾਥ। ਧੀਰਜ ਦਿੱਤਾ, ਹੌਸਲਾ ਦਿੱਤਾ। ਕਹਿਣ ਲੱਗੇ, ਹੇ ਜਿੰਨੇ ਵੀ ਰਾਜੇ ਤੁਸੀਂ ਸਾਡੀ ਸ਼ਰਨ ਵਿੱਚ ਹੋ ਭਾਈ, ਤੁਮ ਕੋ ਰੱਖਾਂਗੇ ਹਮ ਸਾਥ। ਤੁਹਾਨੂੰ ਅਸੀਂ ਆਪਣੇ ਨਾਲ ਰੱਖਾਂਗੇ। ਤੁਸੀਂ ਹੁਣ ਸਾਡੀ ਸ਼ਰਨ ਵਿੱਚ ਆ ਗਏ ਹੋ, ਅਸੀਂ ਤੁਹਾਨੂੰ ਇਸ ਜੇਲ੍ਹ ਵਿੱਚੋਂ ਛੁਡਾਵਾਂਗੇ ਜਾਂ ਫਿਰ ਅਸੀਂ ਵੀ ਤੁਹਾਡੇ ਕੋਲ ਹੀ ਰਵਾਂਗੇ। ਹਾਂਜੀ, ਸੰਗ ਲੈ ਸਭ ਨਿਕਸਨ ਕਰੈ। ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਨਿਕਲਾਂਗੇ, ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ। ਹਾਂਜੀ, ਨਤ ਹਮ ਭੀ ਇਸ ਹੀ ਥਲ ਥਿਰੈ। ਜੇ ਨਾ ਗਏ ਤਾਂ ਅਸੀਂ ਵੀ ਤੁਹਾਡੇ ਕੋਲ ਰਵਾਂਗੇ, ਜੇ ਜਾਵਾਂਗੇ ਤਾਂ ਤੁਹਾਨੂੰ ਲੈ ਕੇ ਜਾਵਾਂਗੇ। ਇਹ ਤੁਸੀਂ ਆਪਣੇ ਮਨ 'ਚ ਪੱਕਾ ਵਿਸ਼ਵਾਸ ਕਰ ਲਓ ਵੀ ਅਸੀਂ ਤੁਹਾਨੂੰ 52 ਰਾਜਿਆਂ ਨੂੰ ਹੁਣ ਮੁਕਤੀ ਦਿਵਾਵਾਂਗੇ, ਜੇਲ੍ਹ ਵਿੱਚੋਂ ਕਢਾਵਾਂਗੇ। ਕਰ ਹੈ ਸਭ ਕੀ ਬੰਦ ਖਲਾਸ। ਤੁਹਾਡੀ ਸਾਰਿਆਂ ਦੀ ਬੰਦ ਖਲਾਸੀ ਕਰਾਵਾਂਗੇ। ਸਿਮਰੋ ਸਤਨਾਮ ਸੁਖ ਰਾਸ। ਹੁਣ ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰੋ। ਸੁਨਤ ਨਰਿੰਦਰ ਬਿਲੰਦ ਆਨੰਦੇ। ਸੁਣ ਕੇ ਸਾਧ ਸੰਗਤ ਜੀ ਰਾਜੇ ਬੜੇ ਖੁਸ਼ ਹੋਏ ਜਦੋਂ ਮਹਾਰਾਜ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਅਸੀਂ ਤੁਹਾਨੂੰ ਛੁਡਾਵਾਂਗੇ, ਨਹੀਂ ਤਾਂ ਤੁਹਾਡੇ ਕੋਲ ਹੀ ਇੱਥੇ ਰਵਾਂਗੇ। ਰਾਜੇ ਖੁਸ਼ ਹੋਏ। ਹਾਂਜੀ, ਅਟਲ ਬਚਨ ਜਗ ਬੰਦ ਮੁਕੰਦੇ। ਉਹ ਸੋਚਦੇ ਵੀ ਗੁਰੂ ਸਾਹਿਬ ਦੇ ਬਚਨ ਟਾਲ ਨਹੀਂ ਸਕਦੇ। ਜੋ ਮਹਾਰਾਜ ਨੇ ਜ਼ੁਬਾਨ ਕਰ ਦਿੱਤੀ ਹੈ, ਰਸਨਾ ਤੋਂ ਬਚਨ ਕਰ ਦਿੱਤਾ, ਇਹ ਬਚਨ ਮਹਾਰਾਜ ਜ਼ਰੂਰ ਪੂਰਾ ਕਰਨਗੇ। ਹਾਂਜੀ, ਭਈ ਖੁਸ਼ੀ ਜਨ ਨਿਕਰੇ ਕੈਦ। ਉਹ ਇੰਨੇ ਖੁਸ਼ ਹੋ ਗਏ ਰਾਜੇ ਵੀ ਮੰਨ ਲਓ ਕੈਦ ਤੋਂ ਨਿਕਲ ਹੀ ਗਏ ਨੇ, ਅਜੇ ਨਿਕਲੇ ਨਹੀਂ, ਪਰ ਖੁਸ਼ੀ ਇੰਨੀ ਹੈ ਵੀ ਮੰਨ ਲਓ ਨਿਕਲ ਗਏ ਆ। ਵਿਸ਼ਵਾਸ ਹੋ ਗਿਆ। ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਂਹ ਫੜ ਲਈ ਤੇ ਉਹ ਇੰਨੇ ਖੁਸ਼ ਹੋਏ ਵੀ ਮੰਨ ਲਓ ਨਿਕਲ ਹੀ ਗਏ ਆ। ਹਾਂਜੀ, ਬੈਠੇ ਛੂਟਨ ਧਾਰ ਉਮੈਦ। ਉਹ ਹੁਣ ਛੁੱਟਣ ਦੀ ਉਮੀਦ ਲਾ ਕੇ ਬੈਠੇ ਨੇ ਵੀ ਅਸੀਂ ਹੁਣ ਜੇਲ੍ਹ 'ਚੋਂ ਛੁੱਟ ਜਾਵਾਂਗੇ ਥੋੜੇ ਦਿਨਾਂ ਤੱਕ। ਦੋਹਰਾ ਜਬ ਵਜ਼ੀਰ ਖਾਂ ਚੜ ਗਇਓ। ਇਧਰੋਂ ਬਾਦਸ਼ਾਹ ਦਾ ਭੇਜਿਆ ਹੋਇਆ ਵਜ਼ੀਰ ਖਾਂ ਦਿੱਲੀ ਤੋਂ ਚੜ ਕੇ ਗਵਾਲੀਅਰ ਗਿਆ ਹੈ। ਬਹੁਤ ਬਰਖ ਕੋ ਪੀਰ। ਉਧਰ ਸਾਧ ਸੰਗਤ ਜੀ ਇੱਕ ਬਹੁਤ ਵੱਡੀ ਉਮਰ ਦੇ ਮਹਾਂਪੁਰਸ਼ ਪੀਰ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਸਾਈਂ ਮੀਆਂ ਮੀਰ ਜੀ ਕਰਕੇ ਆਉਂਦਾ ਹੈ। ਹਾਂਜੀ, ਆਇਓ ਪੁਰ ਕੇ ਨਿਕਟ। ਉਹ ਦਿੱਲੀ ਦੇ ਕੋਲ ਆ ਗਏ ਹਨ। ਸੁਨ ਗਇਓ ਸ਼ਾਹ ਤਿਸ ਤੀਰ। ਬਾਦਸ਼ਾਹ ਉਹਨਾਂ ਨੂੰ ਮਿਲਣ ਵਾਸਤੇ ਸਾਈਂ ਮੀਆਂ ਮੀਰ ਜੀ ਦੇ ਦਰਸ਼ਨ ਕਰਨ ਲਈ ਗਿਆ ਹੈ। ਬਾਦਸ਼ਾਹ ਜਿੱਥੇ ਵੀ ਹੁੰਦੇ ਸੀ ਸਾਈਂ ਮੀਆਂ ਮੀਰ ਜੀ ਦਰਸ਼ਨ ਕਰਨ ਜਾਂਦਾ ਸੀ। ਜੇ ਸਾਈਂ ਜੀ ਲਾਹੌਰ ਹੁੰਦੇ ਸੀ ਉੱਥੇ ਜਾ ਕੇ ਬਾਦਸ਼ਾਹ ਉਹਨਾਂ ਦੇ ਦਰਸ਼ਨ ਕਰਦਾ ਸੀ। ਜੇ ਸਾਈਂ ਜੀ ਦਿੱਲੀ ਜਾਂਦੇ ਸੀ ਉੱਥੇ ਜਾ ਕੇ ਦਰਸ਼ਨ ਕਰਦਾ ਸੀ। ਹਾਂਜੀ, ਚੌਪਈ ਮਹਾਬ੍ਰਿਧ ਜਰਜਰੀ ਸਰੀਰ। ਇਹ ਹੁਣ ਸਾਈਂ ਮੀਆਂ ਮੀਰ ਜੀ ਬੜੇ ਬਿਰਧ ਹੋ ਗਏ, ਬਹੁਤ ਬਜ਼ੁਰਗ ਹੋ ਚੁੱਕੇ ਨੇ। ਸਰੀਰ ਇਹਨਾਂ ਦਾ ਕਮਜ਼ੋਰ ਹੋ ਗਿਆ, ਜਰਜਰੀ ਹੋ ਗਿਆ, ਬਿਰਧ ਹੋ ਚੁੱਕਾ ਹੈ। ਅੰਤਰ ਬ੍ਰਿਤੀ ਰਹਿਤ ਧਰ ਧੀਰ। ਹਰ ਵੇਲੇ ਬਿਰਤੀ ਅੰਤਰਮੁਖੀ ਰਹਿੰਦੀ ਹੈ। ਬੜੇ ਧੀਰਜਵਾਨ, ਬੜੇ ਸੰਤੋਖੀ ਮਹਾਂਪੁਰਸ਼ ਹਨ ਸਾਈਂ ਮੀਆਂ ਮੀਰ ਜੀ। ਹਰ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਹਾਂਜੀ, ਜੁਗ ਪੋਹਨ ਕੇ ਰੋਮ ਬਿਸਾਲਾ। ਆ ਜਿਹੜੀਆਂ ਦੋਵੇਂ ਪੋਹਾਂ ਹਨ, ਪ੍ਰਵੱਟੇ ਹਨ, ਇਹਨਾਂ ਦੇ ਰੋਮ ਲੰਮੇ ਲੰਮੇ ਹੋ ਕੇ ਅੱਖਾਂ ਦੇ ਅੱਗੇ ਆ ਗਏ ਹਨ। ਹਾਂਜੀ, ਭਏ ਸਪੈਦ ਚੁਕੇ ਚਪ ਜਾਲਾ। ਔਰ ਪ੍ਰਵੱਟੇ ਵੀ ਚਿੱਟੇ ਹੋ ਚੁੱਕੇ ਹਨ ਤੇ ਅੱਖਾਂ ਅੱਗੇ ਝੁਕ ਗਏ ਹਨ, ਲਮਕ ਗਏ ਹਨ। ਮੁਦਰਤ ਲੋਚਨ ਉਪਰ ਛਾਏ। ਨੇਤਰ ਹਮੇਸ਼ਾ ਸਾਈਂ ਜੀ ਦੇ ਬੰਦ ਰਹਿੰਦੇ ਹਨ
ਤੇ ਉਹਨਾਂ ਬੰਦ ਅੱਖਾਂ ਦੇ ਉੱਤੇ ਭਰਵੱਟੇ ਛਾਏ ਰਹਿੰਦੇ ਹਨ। ਬੋਲੇ ਕਬਹੂ ਬਹੁਤ ਬੁਲਾਏ। ਸਾਈਂ ਜੀ ਕਦੀ ਕੋਈ ਖਾਸ ਗੱਲ ਹੋਵੇ, ਜ਼ਰੂਰੀ ਕੰਮ ਹੋਵੇ, ਕੋਈ ਬੁਲਾਵੇ ਤਾਂ ਬੋਲਦੇ ਹਨ, ਨਹੀਂ ਤਾਂ ਮੌਨ ਵਿੱਚ ਰਹਿ ਕੇ ਹਰ ਵੇਲੇ ਖੁਦਾ ਦੀ ਇਬਾਦਤ ਕਰਦੇ ਰਹਿੰਦੇ ਹਨ। ਜੋਰ ਜੋਗ ਕੇ ਬੈਸ ਬਿਸਾਲ। ਹੁਣ ਇਹਨਾਂ ਦੀ ਬਿਰਤੀ ਜੋਗ ਵਿੱਚ ਜੁੜੀ ਹੋਈ ਹੈ, ਭਾਵ ਪਰਮਾਤਮਾ ਵਿੱਚ ਲੀਨ ਹਨ। ਹਰ ਵੇਲੇ ਪਰਮੇਸ਼ਰ ਦਾ ਭਜਨ ਕਰਦੇ ਹਨ। ਜਿਨੇ ਕੁਰਾਨ ਪਾਕ ਵਿੱਚ ਖੁਦਾ ਦੇ ਨਾਮ ਨੇ, ਉਹਨਾਂ ਖੁਦਾ ਦੇ ਨਾਮਾਂ ਨੂੰ ਜਪਦੇ ਹਨ, ਗੁਰਬਾਣੀ ਵੀ ਪੜ੍ਹਦੇ ਹਨ ਤੇ ਕੁਰਾਨ ਦੀ ਤਲਾਵਤ ਵੀ ਕਰਦੇ ਰਹਿੰਦੇ ਹਨ। ਹਾਂਜੀ, ਰਾਖਿਓ ਨਿਜ ਸਰੀਰ ਚਿਰਕਾਲ। ਸਾਈਂ ਜੀ ਦੀ ਉਮਰ ਬਹੁਤ ਹੋ ਚੁੱਕੀ ਹੈ, ਲੰਮੀ ਉਮਰ ਦੇ ਮਾਲਕ ਹਨ। ਆਪਣਾ ਸਰੀਰ ਬਹੁਤ ਸਮਾਂ ਰੱਖਿਆ ਹੈ ਸੰਸਾਰ ਦੇ ਭਲੇ ਵਾਸਤੇ। ਵਹਿਰ ਜਗਤ ਕੇ ਬ੍ਰਿਤ ਉਠਾਈ। ਬਾਹਰ ਜਿਹੜੀ ਸੰਸਾਰ ਵਾਲੇ ਪਾਸੇ ਦੀ ਬਿਰਤੀ ਹੈ ਉਹ ਚੁੱਕ ਲਈ ਹੈ। ਸੰਸਾਰ ਵਾਲੇ ਪਾਸੇ ਬਿਰਤੀ ਨਹੀਂ ਆਉਣ ਦਿੰਦੇ। ਹਰ ਵੇਲੇ ਬਿਰਤੀ ਨਿਰੰਕਾਰ ਵੱਲ, ਪਰਮੇਸ਼ਰ ਵੱਲ ਲਾਈ ਰੱਖਦੇ ਹਨ। ਲੇਤ ਆਨੰਦ ਰਸ ਹਿਰਦੇ ਟਿਕਾਈ। ਆਪਣੇ ਮਨ ਵਿੱਚ, ਆਪਣੇ ਆਤਮ ਵਿੱਚ ਬਿਰਤੀ ਟਿਕਾ ਕੇ ਆਪਣੇ ਅੰਦਰ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਪਰਮੇਸ਼ਰ ਨੂੰ ਵੇਖਦੇ ਹਨ। ਹਰ ਵੇਲੇ ਵਾਹਿਗੁਰੂ ਦੇ ਚਰਨਾਂ 'ਚ ਸੁਰਤੀ ਜੁੜੀ ਰਹਿੰਦੀ ਹੈ। ਜੇ ਤੱਕ ਸ਼ਾਹ ਭਏ ਤਿਨ ਆਗੇ। ਜਿੰਨੇ ਕੁ ਬਾਦਸ਼ਾਹ ਜਹਾਂਗੀਰ ਤੋਂ ਪਹਿਲਾਂ ਵੀ ਹੋ ਚੁੱਕੇ ਹਨ, ਅਕਬਰ, ਹਮਾਯੂੰ ਤੇ ਬਾਬਰ ਵਰਗੇ ਬਾਦਸ਼ਾਹ, ਰਾਖ ਅਦਬ ਪਦ ਪੰਕਜ ਲਾਗੇ। ਉਹ ਵੀ ਸਾਈਂ ਮੀਆਂ ਮੀਰ ਜੀ ਦਾ ਅਦਬ ਕਰਿਆ ਕਰਦੇ ਸਨ। ਬਾਦਸ਼ਾਹ ਅਕਬਰ ਸਾਰੀ ਉਮਰ ਸਾਈਂ ਮੀਆਂ ਮੀਰ ਜੀ ਦੀ ਰਿਸਪੈਕਟ ਕਰਦਾ ਰਿਹਾ, ਸਤਿਕਾਰ ਕਰਦਾ ਰਿਹਾ। ਜਹਾਂਗੀਰ ਵੀ ਉਸੇ ਤਰ੍ਹਾਂ ਹੀ ਕਰਦਾ ਹੈ। ਚੜ੍ਹ ਹੈ ਪਾਲਕੀ ਪਰ ਅਸਵਾਰੀ। ਸਾਈਂ ਮੀਆਂ ਮੀਰ ਜੀ ਬਹੁਤ ਬਿਰਧ ਹਨ, ਇਸ ਕਰਕੇ ਜਿੱਥੇ ਵੀ ਆਉਂਦੇ ਜਾਂਦੇ ਨੇ ਪਾਲਕੀ ਦੀ ਸਵਾਰੀ ਕਰਦੇ ਨੇ। ਉਹਨਾਂ ਨੂੰ ਪਾਲਕੀ 'ਚ ਬਿਠਾ ਕਰਕੇ ਉਹਨਾਂ ਦੀਆਂ ਪਿਆਰੀਆਂ ਸੰਗਤਾਂ ਲੈ ਜਾਂਦੀਆਂ ਹਨ। ਸ਼ਾਹ ਚਲ ਹੈ ਪਦ ਸਾਥ ਅਗਾਰੀ। ਬਾਦਸ਼ਾਹ ਉਹਨਾਂ ਦੀ ਪਾਲਕੀ ਦੇ ਅੱਗੇ ਅੱਗੇ ਪੈਦਲ ਤੁਰਦਾ ਹੈ। ਜੇ ਬਾਦਸ਼ਾਹ ਨਾਲ ਹੋਵੇ ਉਸ ਵੇਲੇ ਸਾਈਂ ਮੀਆਂ ਮੀਰ ਦੇ ਬਰਾਬਰ ਪਾਲਕੀ ਦੀ ਸਵਾਰੀ ਨਹੀਂ ਕਰਦਾ। ਬਹੁ ਸ਼ਰਦਾ ਰਾਖਤ ਉਰਮਾਹੀ। ਬਾਦਸ਼ਾਹ ਸਾਈਂ ਮੀਆਂ ਮੀਰ ਦਾ ਬਹੁਤ ਸਤਿਕਾਰ ਰੱਖਦੇ ਨੇ, ਉਹਨਾਂ ਉੱਤੇ ਬੜੀ ਸ਼ਰਧਾ ਰੱਖਦੇ ਨੇ। ਗਇਓ ਸ਼ਾਹ ਤਬ ਤਿਸ ਕੇ ਪਾਹੀ। ਤੇ ਬਾਦਸ਼ਾਹ ਜਹਾਂਗੀਰ ਸਾਈਂ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਅੱਜ ਗਿਆ ਹੈ। ਕਰੀ ਬੰਦਗੀ ਬੈਠਿਓ ਜਾਈ। ਔਰ ਜਾ ਕੇ ਸਾਈਂ ਮੀਆਂ ਮੀਰ ਜੀ ਨੂੰ ਮੱਥਾ ਟੇਕਿਆ, ਬੰਦਗੀ ਕੀਤੀ ਹੈ, ਸਲਾਮ ਕੀਤੀ ਹੈ। ਸਰਬ ਨਰਨ ਕੀ ਭੀੜ ਹਟਾਈ। ਔਰ ਲੋਕਾਂ ਦੀ ਜਿਹੜੀ ਭੀੜ ਸੀ ਹਟਾ ਦਿੱਤੀ ਹੈ। ਜਹਾਂਗੀਰ ਇੱਕ ਦੂਜੋ ਪੀਰ। ਇੱਕ ਜਹਾਂਗੀਰ ਬਾਦਸ਼ਾਹ ਹੈ ਤੇ ਇੱਕ ਸਾਈਂ ਮੀਆਂ ਮੀਰ ਜੀ ਹਨ। ਹੋਰ ਕੋਈ ਬੰਦਾ ਤੀਸਰਾ ਉੱਥੇ ਨਹੀਂ ਬੈਠਾ। ਅਪਰ ਨ ਰਾਖਿਓ ਆਪਣੇ ਤੀਰ। ਬਾਦਸ਼ਾਹ ਨੇ ਹੋਰ ਕਿਸੇ ਨੂੰ ਆਪਣੇ ਕੋਲ ਨਹੀਂ ਰੱਖਿਆ। ਬੂਝਤ ਭਇਓ ਸੰਤ ਕੇ ਲੱਛਣ। ਬਾਦਸ਼ਾਹ ਕਹਿੰਦਾ, ਸਾਈਂ ਜੀ ਮੈਨੂੰ ਸੰਤਾਂ ਮਹਾਂਪੁਰਸ਼ਾਂ ਦੇ, ਦਰਵੇਸ਼ਾਂ ਦੇ ਲੱਛਣ ਸੁਣਾਓ। ਸੰਤ ਮਹਾਂਪੁਰਸ਼ ਕਿੱਦਾਂ ਦੇ ਹੁੰਦੇ ਨੇ? ਹਾਂਜੀ, ਕਹੋ ਪੀਰ ਜੀ ਹੈ ਜੋ ਵਿਚਛਣ। ਹੈ ਪੀਰ ਜੀ, ਕਿਰਪਾ ਕਰਕੇ, ਮਿਹਰਬਾਨੀ ਕਰਕੇ ਮਹਾਂਪੁਰਸ਼ਾਂ ਦੇ, ਰੱਬ ਦੇ ਪਿਆਰਿਆਂ ਫਕੀਰਾਂ ਦੇ, ਸੂਫੀਆਂ ਦੇ, ਸੰਤਾਂ ਦੇ ਸਾਨੂੰ ਲੱਛਣ ਦੱਸੋ। ਜਿਸ ਤੇ ਸੁਖੀ ਰਹਿ ਤਜ ਸ਼ੋਕ। ਇਹੋ ਜਿਹੀ ਅਵਸਥਾ ਕਿਹੜੀ ਹੁੰਦੀ ਹੈ ਜਿਹੜੀ ਖੁਦਾ ਨਾਲ ਇੱਕਮਿਕ ਹੋ ਚੁੱਕੇ ਹਨ। ਕਹਿੰਦੇ ਆ ਖੁਦਾ ਵਿੱਚ ਤੇ ਫਕੀਰਾਂ 'ਚ ਫਰਕ ਨਹੀਂ ਰਹਿੰਦਾ। ਮੈਂ ਉਹ ਸੁਣਨਾ ਚਾਹੁੰਦਾ, ਕਿੱਦਾਂ ਦੇ ਹੁੰਦੇ ਨੇ ਰੱਬ ਦੇ ਬੰਦੇ, ਰੱਬ ਦੇ ਭਗਤ, ਰੱਬ ਦੇ ਪਿਆਰੇ। ਸੁਣ ਕੇ ਮੈਨੂੰ ਬੜਾ ਆਨੰਦ ਆਵੇਗਾ। ਹੋਤ ਨ ਦੀਨ ਦੌਨ ਹੂੰ ਲੋਕ। ਕਹਿੰਦੇ ਇਹੋ ਜਿਹੇ ਲੋਕ ਜਿਹੜੇ ਨਾ ਇੱਥੇ ਦੁਖੀ ਹੁੰਦੇ ਨੇ ਨਾ ਅੱਗੇ ਦੁਖੀ ਹੁੰਦੇ ਨੇ, ਦੋਹਾਂ ਲੋਕਾਂ ਵਿੱਚ ਸਦਾ ਹੀ ਵਿਗਾਸ ਪ੍ਰਸੰਨ ਖਿੜੇ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹੋ ਜਿਹੇ ਵਿਗਾਸ ਵਿੱਚ ਰਹਿਣ ਵਾਲੇ ਫਕੀਰ ਸੰਤ ਕਿੱਦਾਂ ਦੇ ਹੁੰਦੇ ਨੇ? ਹਾਂਜੀ, ਕਹੈ ਪੀਰ ਸੁਨ ਸੰਤਨ ਭੂਖਨ। ਸਾਈਂ ਮੀਆਂ ਮੀਰ ਜੀ ਕਹਿਣ ਲੱਗੇ, ਬਾਦਸ਼ਾਹ ਜੋ ਤੂੰ ਪੁੱਛਿਆ ਹੈ ਉਹ ਕਹਿਣ ਤੋਂ ਬਾਹਰ ਦੀ ਗੱਲ ਹੈ, ਪਰ ਜੇ ਤੂੰ ਪੁੱਛਿਆ ਦੱਸਣਾ ਸਾਡਾ ਫਰਜ਼ ਹੈ। ਸੁਣ ਫਿਰ ਤੈਨੂੰ ਦੱਸਦੇ ਹਾਂ ਜਿਹੜੇ ਸੰਤਾਂ ਦੇ ਗਹਿਣੇ ਹਨ।
ਸਭ ਜਿਹੜੇ ਸੰਤਾਂ ਦੇ ਗੁਣ ਹਨ, ਸੰਤਾਂ ਦੇ ਸ਼ਿੰਗਾਰ ਹਨ, ਜਿਹੜੇ ਉਹ ਤੈਨੂੰ ਦੱਸਦੇ ਆ। ਸਭ ਬੇਕਾਰ ਤੇ ਰਹਿ ਅਦੁਖਨ। ਉਹ ਮਹਾਂਪੁਰਸ਼ ਸਾਧੂ ਸਾਰੇ ਵਿਕਾਰਾਂ ਤੋਂ ਦੂਰ ਰਹਿੰਦੇ ਨੇ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ। ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਉ ਲਿਆਵੈ। ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਇਹੋ ਜਿਹੇ ਮਹਾਂਪੁਰਸ਼ ਹੁੰਦੇ ਨੇ, ਕੋਈ ਵਿਕਾਰ ਉਹਨਾਂ ਨੂੰ ਛੂਹ ਨਹੀਂ ਸਕਦਾ। ਰੋਕ ਬਾਸ਼ਨਾ ਚਾਹ ਮਿਟਾਈ। ਉਹਨਾਂ ਨੇ ਸਾਰੀਆਂ ਵਾਸ਼ਨਾਵਾਂ ਮਨ ਦੀਆਂ ਰੋਕੀਆਂ ਹੁੰਦੀਆਂ ਨੇ। ਕੋਈ ਚਾਹਨਾ ਨਹੀਂ ਹੁੰਦੀ, ਕੋਈ ਇੱਛਾ ਨਹੀਂ ਰੱਖਦੇ ਵੀ ਆਹ ਕੰਮ ਇੱਦਾਂ ਹੋਵੇ, ਆਹ ਚੀਜ਼ ਇੱਦਾਂ ਸਾਨੂੰ ਖਾਣ ਨੂੰ ਮਿਲੇ, ਪਹਿਨਣ ਨੂੰ ਮਿਲੇ। ਖਾਣ ਪੀਣ ਪਹਿਨਣ ਵਿਸ਼ੇ ਭੋਗਾਂ ਦੀ ਸਾਰੀ ਵਾਸ਼ਨਾ ਮਿਟ ਚੁੱਕੀ ਹੁੰਦੀ ਹੈ। ਪਏ ਅਚਾਹ ਏਕ ਲਿਵਲਾਈ। ਉਹ ਹਰ ਸੁੱਖ ਤੋਂ, ਦੁਨੀਆ ਦੀਆਂ ਵਾਸ਼ਨਾਵਾਂ ਤੋਂ ਅਚਾਹ ਹੋ ਜਾਂਦੇ ਨੇ। ਯਾਨੀ ਕੋਈ ਚਾਹ ਰਹਿੰਦੀ ਨਹੀਂ, ਕੋਈ ਚਾਹਨਾ, ਕੋਈ ਇੱਛਾ ਰਹਿੰਦੀ ਨਹੀਂ। ਅਚਾਹ, ਕੋਈ ਵਾਸ਼ਨਾ ਨਹੀਂ, ਨਿਰਿਛਤ ਹੋ ਜਾਂਦੇ ਨੇ। ਸੀਤਲ ਭਇਓ ਹਿਰਦਾ ਨਿਸ਼ਕਾਮ। ਨਿਸ਼ਕਾਮ ਹੁੰਦੇ ਨੇ, ਕੋਈ ਕਾਮਨਾ ਨਹੀਂ ਹੁੰਦੀ। ਕਾਮਨਾ ਨਾ ਹੋਣ ਕਰਕੇ ਮਨ ਠੰਡਾ ਹੁੰਦਾ। ਸਾਡਾ ਮਨ ਕਿਉਂ ਤਪਦਾ ਸਾਧ ਸੰਗਤ ਜੀ? ਸਾਡੇ ਅੰਦਰ ਕਾਮਨਾਵਾਂ ਬੜੀਆਂ ਨੇ। ਉਹ ਜਿਹੜੀਆਂ ਕਾਮਨਾਵਾਂ ਨੇ ਸਾਡੇ ਮਨ ਨੂੰ ਗਰਮ ਕਰਕੇ, ਤਪਾ ਕੇ, ਸਾੜ ਕੇ ਰੱਖਦੀਆਂ ਨੇ। ਮਹਾਂਪੁਰਸ਼ਾਂ ਦੇ ਮਨ 'ਚ ਕੋਈ ਕਾਮਨਾ ਹੁੰਦੀ ਨਹੀਂ, ਨਿਸ਼ਕਾਮ ਹੁੰਦੇ ਨੇ। ਇਸ ਕਰਕੇ ਮਹਾਂਪੁਰਸ਼ਾਂ ਦੇ ਹਿਰਦੇ ਠੰਡੇ ਠਾਰ ਹੁੰਦੇ ਨੇ। ਸਹਜਾ ਬ੍ਰਿਤ ਇਸੀ ਕੋ ਨਾਮ। ਸਾਈਂ ਮੀਆਂ ਮੀਰ ਜੀ ਕਹਿੰਦੇ, ਬਾਦਸ਼ਾਹ ਇਹਨੂੰ ਹੀ ਸਹਿਜ ਬਿਰਤੀ ਕਹਿੰਦੇ ਨੇ। ਸਹਿਜੇ ਜੋ ਹੋ ਜਾਵੇ ਸੋ ਹੋ ਜਾਵੇ, ਕੋਈ ਉਚੇਚ ਨਹੀਂ ਹੁੰਦੀ। ਇੱਦਾਂ ਹੀ ਹੋਵੇ, ਇੰਜ ਹੋਵੇ, ਇੰਜ ਨਾ ਹੋਵੇ, ਇੱਦਾਂ ਨਹੀਂ ਸੋਚਦੇ। ਜੋ ਸੁਤੇ ਸਿੱਧ ਹੋ ਰਿਹਾ ਹੋਈ ਜਾਵੇ, ਉਹਨੂੰ ਸਹਿਜ ਅਵਸਥਾ ਕਹਿੰਦੇ ਨੇ। ਹਾਂਜੀ, ਜੀਵਨ ਮੁਕਤ ਅਵਸਥਾ ਇਹੀ। ਇਹਨੂੰ ਹੀ ਜੀਵਨ ਮੁਕਤ ਅਵਸਥਾ ਕਹਿੰਦੇ ਨੇ। ਜਿਉਂਦਿਆਂ ਹੀ ਉਹ ਬੰਦੇ ਮੁਕਤ ਹੁੰਦੇ ਨੇ। ਮਰ ਕੇ ਮੁਕਤੀ ਲੈਣ ਦੀ ਲੋੜ ਨਹੀਂ ਉਹਨਾਂ ਨੂੰ। ਉਹ ਇੱਥੇ ਹੀ ਮੁਕਤ ਹੋ ਚੁੱਕੇ ਨੇ, ਸੰਸਾਰ ਵੱਲੋਂ ਜਿਉਂਦੇ ਹੀ ਮਰ ਚੁੱਕੇ ਨੇ। ਨਹ ਉਥਾਨ ਫੁਰਨੋ ਬਿਦ ਕੇ ਹੀ। ਉਹ ਆਪਣੇ ਮਨ ਦੇ ਸਾਰੇ ਫੁਰਨੇ ਜਿਹੜੇ ਨੇ ਦਬਾ ਲੈਂਦੇ, ਉਹਦੇ ਫੁਰਨਾ ਉੱਠਦਾ ਹੀ ਨਹੀਂ। ਕਿਸੇ ਤਰ੍ਹਾਂ ਦਾ ਕੋਈ ਫੁਰਨਾ ਪਦਾਰਥਾਂ ਦਾ, ਮਾਇਆ ਦਾ, ਵਿਸ਼ਿਆਂ ਦਾ ਮਨ 'ਚ ਪੈਦਾ ਹੀ ਨਹੀਂ ਹੁੰਦਾ। ਮ੍ਰਿਤਕ ਮਨਿੰਦ ਜਗਤ ਮਹਿ ਅਹ। ਉਹ ਦੁਨੀਆ ਵਿੱਚ ਮੁਰਦੇ ਦੀ ਤਰ੍ਹਾਂ ਰਹਿੰਦੇ ਨੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸਾਬਰ ਸਿਦਕ ਸ਼ਹੀਦ ਭਰਮ ਭੁਖ ਹੋਵਣਾ। ਇੰਜ ਰਹਿੰਦੇ ਨੇ ਵੀ ਜਿਵੇਂ ਮਰੇ ਹੁੰਦੇ ਨੇ। ਜਿਉਂਦੇ ਵੀ ਮਰੇ ਬਣ ਕੇ, ਮੁਰਦੇ ਬਣ ਕੇ ਰਹਿੰਦੇ ਨੇ। ਹਾਂਜੀ, ਸਭ ਰਸ ਤਜ ਆਤਮ ਰਸ ਲਹੈ। ਸਾਰੇ ਰਸ ਛੱਡ ਕੇ ਆਤਮ ਰਸ ਲੈਂਦੇ ਨੇ। ਆਤਮ ਰਸ ਜਿਹ ਜਾ ਨਹੀਂ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਇਨ ਪੇ। ਆਤਮ ਰਸ ਵਿੱਚ ਰਹਿੰਦੇ ਨੇ। ਮਾਇਆ ਦੇ ਝੂਠੇ ਵਿਸ਼ਿਆਂ ਦੇ ਰਸ ਤਿਆਗ ਦਿੰਦੇ ਨੇ। ਚਿਦਾਨੰਦ ਮਹਿ ਪਾਏ ਬਸੇਰੇ। ਚਿਦਾਨੰਦ ਵਿੱਚ ਵਿਸਵਾਸਾ ਹੁੰਦਾ। ਚੇਤਨ ਬ੍ਰਹਮ ਜੋ ਵਾਹਿਗੁਰੂ ਕਾਲ ਪੁਰਖ ਚੇਤਨ ਹੈ, ਆਨੰਦ ਸਰੂਪ ਹੈ, ਸਤ ਚਿਤ ਆਨੰਦ ਹੈ। ਉਸ ਸਤ ਚਿਤ ਆਨੰਦ ਸਰੂਪ ਵਿੱਚ ਬਿਰਤੀ ਲੱਗੀ ਰਹਿੰਦੀ ਹੈ। ਮਾਇਆ ਵਾਲੇ ਪਦਾਰਥਾਂ, ਨਾਮ ਰੂਪ ਵਾਲੀ ਵਸਤੂਆਂ ਜਿਹੜੀਆਂ ਹਨ, ਉਹਨਾਂ ਵੱਲ ਬਿਰਤੀ ਨਹੀਂ ਜਾਂਦੀ। ਤ੍ਰਿਣ ਸਮ ਅਪਰ ਰਸਨ ਕੋ ਹੇਰੇ। ਕਹਿੰਦੇ ਜਿੰਨੇ ਰਸ ਨੇ ਸੰਸਾਰ ਦੇ, ਉਹਨਾਂ ਨੂੰ ਘਾਹ ਦੇ ਤੀਲੇ ਸਮਾਨ ਤੁੱਛ ਸਮਝਦੇ ਨੇ। ਹਾਂਜੀ, ਮਨ ਰਖੀਕ ਸਿਥਲੇ ਪਰ ਜਾਏ। ਉਹਨਾਂ ਮਹਾਂਪੁਰਸ਼ਾਂ ਦੇ ਮਨ ਤੇ ਇੰਦਰੇ ਸਿਥਲ ਹੋ ਜਾਂਦੇ ਨੇ। ਮਨ ਦੇ ਵਿੱਚ ਕੋਈ ਫੁਰਨਾ ਨਹੀਂ ਉੱਠਦਾ, ਮਨ ਵੀ ਸਿਥਲ ਹੋ ਜਾਂਦਾ। ਅੱਖਾਂ ਦੇਖਣ ਨੂੰ, ਕੰਨ ਸੁਣਨ ਨੂੰ, ਜੀਭ ਰਸ ਬੋਲਣ ਚੱਖਣ ਨੂੰ ਉਤਾਵਲੀ ਨਹੀਂ ਹੁੰਦੀ। ਹਾਂਜੀ, ਜਗ ਬਰਤਨ ਸਹਜੇ ਸਿੱਧ ਪਾਏ। ਉਹਨਾਂ ਨੂੰ ਸਹਿਜੇ ਹੀ ਜਗਤ ਦੀ ਜਿਹੜੀ ਵਰਤੋਂ, ਪਦਾਰਥ, ਖਾਣਾ ਪੀਣਾ ਜੋ ਮਿਲਦਾ, ਉਹ ਖਾ ਪੀ ਕੇ ਆਨੰਦ ਵਿੱਚ ਰਹਿੰਦੇ ਹਨ। ਜਤਨ ਜੋਰ ਤੇ ਕਰਹਿ ਨ ਕੋਏ। ਕੋਈ ਜ਼ੋਰ ਨਾਲ ਯਤਨ ਨਹੀਂ ਕਰਦੇ। ਸੁਭਾਵਕ ਜੋ ਮਿਲ ਜੇ, ਰੁੱਖੀ ਮਿੱਸੀ ਜਿੱਦਾਂ ਦੀ ਵਾਹਿਗੁਰੂ ਨੇ ਦਿੱਤੀ ਉੱਦਾਂ ਦੀ ਖਾ ਲੈਣੀ। ਉਚੇਚ ਨਹੀਂ ਕਰਨੀ ਵੀ ਇੱਦਾਂ ਦੀ ਮਿਲੇ। ਰੁੱਖੀ ਰੋਟੀ ਖਾਏ ਸਮਾਲੇ, ਅੰਤਰ ਬਾਹਰ ਨਦਰ ਨਿਹਾਲੇ। ਜੋ ਵੀ ਵਾਹਿਗੁਰੂ ਦਿੰਦਾ ਉਹ ਖਾ ਕੇ ਸ਼ੁਕਰ 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 ਕਰਦੇ ਰਹਿੰਦੇ ਨੇ। ਹਰ ਵੇਲੇ ਬ੍ਰਹਮ ਵਿੱਚ ਬਿਰਤੀ ਲਾਈ ਰੱਖਦੇ ਨੇ। ਔਰ ਕੀ ਲਹਿਰ ਬਿਲੈ ਸਭ ਹੋਏ। ਮਨ ਦੀਆਂ ਸਾਰੀਆਂ ਲਹਿਰਾਂ ਬਿਲੈ ਹੋ ਜਾਂਦੀਆਂ ਨੇ, ਵਿਲੀਨ ਹੋ ਜਾਂਦੀਆਂ ਨੇ।
ਖਤਮ ਹੋ ਜਾਂਦੀਆਂ ਨੇ, ਸਮਾਪਤ ਹੋ ਜਾਂਦੀਆਂ, ਸਮੇਟੀਆਂ ਜਾਂਦੀਆਂ ਨੇ ਮਨ ਦੀਆਂ ਲਹਿਰਾਂ। ਕਰਾਮਾਤ ਸਭ ਲੈਤਾ ਪਾਵੈ। ਸਾਰੀਆਂ ਕਰਾਮਾਤਾਂ ਸ਼ਕਤੀਆਂ ਉਹਨਾਂ ਵਿੱਚ ਸਮਾ ਜਾਂਦੀਆਂ ਨੇ। ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਨੇ। ਉਹਨਾਂ ਦੇ ਵਿੱਚ ਸਾਰੇ ਹੀ ਵਾਕ ਸਿੱਧੀ, ਬਚਨ ਸਿੱਧੀ ਆਦਿਕ ਜਿੰਨੀਆਂ ਵੀ ਸਿੱਧੀਆਂ ਨੇ, ਨੌ ਨਿਧੀਆਂ ਨੇ, ਕਰਾਮਾਤਾਂ ਨੇ, ਸਾਰੀਆਂ ਪਾਵਰਾਂ ਨੇ, ਉਹ ਸਾਰੀਆਂ ਆ ਜਾਂਦੀਆਂ ਨੇ ਸੁਤੇ ਸਿੱਧੀ। ਫੁਰਨੋ ਹੋਏ ਨਾ ਕਹਾਂ ਲਗਾਵੈ। ਪਰ ਉਹਨਾਂ ਦੇ ਮਨ ਵਿੱਚ ਉਹਨਾਂ ਕਰਾਮਾਤਾਂ ਨੂੰ ਖਰਚ ਕਰਨ ਦਾ ਫੁਰਨਾ ਹੀ ਨਹੀਂ ਉੱਠਦਾ। ਕਿਤੇ ਆਪਣੀ ਸ਼ਕਤੀ ਦਿਖਾ ਕੇ ਆਪਣੀ ਪ੍ਰਸਿੱਧੀ ਕਰਾਣੀ ਨਹੀਂ ਲੋੜਦੇ। ਹੋਰ ਵੀ ਕਿਸੇ ਤਰੀਕੇ ਨਾਲ ਉਸ ਕਰਾਮਾਤ ਨੂੰ ਆਪਣੇ ਸੁੱਖ ਲਈ ਨਹੀਂ ਵਰਤਦੇ। ਤਿਨ ਅੰਤਰ ਬਲ ਵੱਡ ਹੋਏ ਜਾਵੈ। ਉਹਨਾਂ ਸਾਧੂਆਂ ਦੇ ਅੰਦਰ ਬੜੀ ਮਹਾਨ ਸ਼ਕਤੀ, ਬੜਾ ਭਾਰੀ ਬਲ ਹੋ ਜਾਂਦਾ ਹੈ। ਕਿੰਨਾ ਕੁ ਬਲ ਹੋ ਜਾਂਦਾ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿੰਨੀ ਪਰਮੇਸ਼ਰ ਦੀ ਸ਼ਕਤੀ ਹੈ ਓਨੀ ਉਹਦੇ ਪਿਆਰਿਆਂ ਦੀ ਵੀ ਹੋ ਜਾਂਦੀ ਹੈ। ਬੇਅੰਤ ਪਾਵਰਾਂ ਦੇ, ਸ਼ਕਤੀਆਂ ਦੇ, ਤਾਕਤਾਂ ਦੇ ਮਾਲਕ ਹੋ ਜਾਂਦੇ ਨੇ। ਬਲਕਿ ਕਈ ਵਾਰੀ ਤਾਂ ਐਸਾ ਹੁੰਦਾ ਵੀ ਵਾਹਿਗੁਰੂ ਦੇ ਕੀਤੇ ਨੂੰ ਵੀ ਮੋੜ ਦਿੰਦੇ ਨੇ। ਪਰਮੇਸ਼ਰ ਉਹਨਾਂ ਦੇ ਬਚਨ ਮੰਨ ਲੈਂਦਾ ਹੈ। ਮੇਰੀ ਬਾਂਦੀ ਭਗਤ ਛੁਡਾਵੈ, ਬਾਂਧੈ ਭਗਤ ਨ ਛੂਟੈ ਮੋਹੇ। ਏਕ ਸਮੈ ਮੋਕੋ ਗੁਣ ਬਾਂਧੈ, ਏਕ ਸਮੈ ਮੋਕੋ ਗਏ ਬਾਂਧੈ, ਤੋਫਨ ਮੋਪੈ ਜਵਾਬ ਨਾ ਹੋਏ। ਮਹਾਰਾਜ ਕਹਿੰਦੇ ਜੇ ਮੈਂ ਬੰਨ੍ਹ ਦਿਆਂ ਮੇਰੇ ਭਗਤ ਛੁਡਾ ਲੈਂਦੇ ਨੇ। ਭਗਤ ਬੰਨ੍ਹ ਦੇਣ ਮੈਂ ਨਹੀਂ ਛੁਡਾ ਸਕਦਾ। ਕੋਈ ਇਹੋ ਜਿਹਾ ਟਾਈਮ ਵੀ ਆਉਂਦਾ ਭਗਤ ਮੈਨੂੰ ਵੀ ਬੰਨ੍ਹ ਲੈਂਦੇ ਨੇ, ਫਿਰ ਮੈਂ ਅੱਗੋਂ ਜਵਾਬ ਨਹੀਂ ਦੇ ਸਕਦਾ। ਹਾਂਜੀ, ਫੂਕ ਮਾਰ ਬ੍ਰਹਮੰਡ ਉਡਾਵੈ। ਇੰਨੀ ਕੁ ਪਾਵਰ ਦੇ ਮਾਲਕ ਹੁੰਦੇ ਨੇ ਉਹ ਮਹਾਂਪੁਰਸ਼। ਫੂਕ ਮਾਰ ਕੇ ਬ੍ਰਹਮੰਡ ਉਡਾ ਸਕਦੇ ਨੇ। ਫੂਕ ਮਾਰ ਬ੍ਰਹਮੰਡ ਉਡਾਵਾਂ, ਇੰਨੀ ਤਾਕਤ ਹੁੰਦੀ ਉਹਨਾਂ ਮਹਾਂਪੁਰਸ਼ਾਂ ਵਿੱਚ ਵੀ ਜੇ ਮੂੰਹ ਤੋਂ ਹਵਾ ਦੇ ਨਾਲ, ਫੂਕ ਦੇ ਨਾਲ ਚਾੜਨਾ, ਪੂਰੀ ਧਰਤੀ, ਆਸਮਾਨ, ਚੰਦ ਸੂਰਜ, ਗ੍ਰਹਿ ਤਾਰੇ ਸਮੇਟ ਸਕਦੇ ਨੇ। ਇੰਨੀ ਪਾਵਰ ਉਹਨਾਂ ਦੇ ਮਨੋਬਲ ਅਕਾਲ ਪੁਰਖ ਨਾਲ ਇੱਕਮਿਕ ਹੋ ਕੇ। ਕਿਉਂਕਿ ਫਰਕ ਰਹਿ ਨਹੀਂ ਜਾਂਦਾ, ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ। ਦਾਸ ਅਨਿਨ ਮੇਰੋ ਨਿਜ ਰੂਪ। ਮਹਾਰਾਜ ਕਹਿੰਦੇ ਮੇਰੇ ਦਾਸ ਮੇਰਾ ਹੀ ਰੂਪ ਹਨ। ਹਾਂਜੀ, ਸਸ ਸੂਰਜ ਕੇ ਡਕਰੇ ਕਰੈ। ਆਹਾ, ਇੰਨੀ ਪਾਵਰ ਹੁੰਦੀ ਹੈ ਵੀ ਉਹ ਮਹਾਂਪੁਰਸ਼ ਚੰਦ ਸੂਰਜ ਦੇ ਡਕਰੇ ਕਰ ਸਕਦੇ, ਟੋਟੇ ਟੋਟੇ ਕਰ ਸਕਦੇ। ਹਾਂਜੀ, ਤਾਰੇ ਤੋਰ ਤੁਰਤ ਕਰ ਤਰੇ। ਉਹਦੇ ਤਾਰੇ ਤੋੜ ਕੇ ਦਿਖਾ ਸਕਦੇ ਅਸਮਾਨ ਚੋਂ। ਸੋ ਪ੍ਰੰਤ ਨਿਜ ਬ੍ਰਤ ਨਿਭਾਏ। ਪਰ ਬਾਦਸ਼ਾਹ ਉਹ ਕਦੀ ਇੱਦਾਂ ਕਰਦੇ ਨਹੀਂ। ਕੁਦਰਤ ਦੇ ਨਾਲ, ਕਾਦਰ ਦੇ ਭਾਣੇ ਵਿੱਚ ਰਹਿ ਕੇ ਵਿਚਰਦੇ ਨੇ। ਕਦੀ ਉਹ ਇੱਦਾਂ ਦੀਆਂ ਕਰਾਮਾਤਾਂ, ਸ਼ਕਤੀਆਂ ਦਿਖਾਉਂਦੇ ਨਹੀਂ। ਬਲਕਿ ਭਾਣਾ ਕਿਵੇਂ ਮੰਨੀਦਾ ਹੈ, ਤਾਕਤ ਹੁੰਦਿਆਂ, ਮਾਣ ਹੁੰਦਿਆਂ ਨਿਮਾਣੇ ਕਿਵੇਂ ਹੋਈਦਾ ਹੈ, ਤਾਣ ਹੁੰਦਿਆਂ ਨਿਤਾਣੇ ਕਿਵੇਂ ਹੋਈਦਾ ਹੈ, ਇਹ ਮਹਾਂਪੁਰਸ਼ ਪੂਰਨੇ ਪਾ ਦਿੰਦੇ। ਹਾਂਜੀ, ਪ੍ਰਥਮ ਜੋ ਫੁਰਨਾ ਦਇਓ ਮਿਟਾਏ। ਹਾਂ, ਪਹਿਲਾਂ ਤਾਂ ਉਹਨਾਂ ਨੇ ਫੁਰਨਾ ਹੀ ਮਿਟਾਇਆ ਹੁੰਦਾ ਨਾ, ਫਿਰ ਦੁਬਾਰਾ ਕਿਵੇਂ ਫੁਰਨਾ ਕਰਨਗੇ? ਕਰਾਮਾਤਾਂ, ਸ਼ਕਤੀਆਂ ਆਉਣ ਤੋਂ ਪਹਿਲਾਂ ਇਹ ਕਰਾਮਾਤ ਆਉਂਦੀ ਹੈ ਕਿ ਉਹ ਫੁਰਨਾ ਮਿਟਾ ਦਿੰਦੇ ਨੇ। ਜਦੋਂ ਫੁਰਨਾ ਮਿਟ ਗਿਆ ਫਿਰ ਉਹ ਦੁਬਾਰਾ ਉਹਨੂੰ ਫੁਰਨੇ ਨੂੰ ਕਿਉਂ ਲਿਆਉਣਗੇ? ਫੁਰਨਾ ਹੀ ਖਤਮ ਹੋ ਗਿਆ, ਸੰਕਲਪ ਹੀ ਖਤਮ ਹੋ ਗਿਆ। ਫੁਰਨਾ ਉਠਹਿ ਹਿਰਦੇ ਮਹਿ ਜਬੈ। ਜਦੋਂ ਮਨ 'ਚ ਕੋਈ ਫੁਰਨਾ ਉੱਠਦਾ ਹੈ ਅਸਪਦ ਤੇ ਉਥਾਨ ਹੋਏ ਤਬੈ। ਤਾਂ ਇਹੋ ਜਿਹੀ ਪਦਵੀ ਤੋਂ ਬਿਰਤੀ ਉਖੜ ਜਾਂਦੀ ਹੈ। ਭਾਵ ਬ੍ਰਹਮ ਗਿਆਨੀ ਸਾਧੂਆਂ, ਮਹਾਂਪੁਰਸ਼ਾਂ ਨੂੰ ਹਮੇਸ਼ਾ ਇਹ ਖਿਆਲ ਰੱਖਣਾ ਪੈਂਦਾ ਵੀ ਸਾਡੇ ਮਨ 'ਚ ਫੁਰਨਾ ਉੱਠੇ ਹੀ ਨਾ। ਨਿਜ ਫੁਰਨੇ ਪਰ ਥਿਰਤਾ ਧਾਰ। ਉਹ ਆਪਣੇ ਫੁਰਨੇ ਉੱਤੇ ਪੂਰਾ ਕੰਟਰੋਲ ਰੱਖਦੇ ਨੇ, ਆਪਣੇ ਫੁਰਨੇ ਨੂੰ ਆਪਣੇ ਅਧੀਨ ਕਰਕੇ ਰੱਖਦੇ ਨੇ। ਸਾਰੀ ਦੁਨੀਆ ਫੁਰਨਿਆਂ ਦੇ ਪਿੱਛੇ ਭੱਜੀ ਫਿਰਦੀ ਹੈ। ਫੁਰਨਿਆਂ ਦੀ ਨਚਾਈ ਨੱਚਦੀ ਹੈ, ਹਸਾਈ ਹੱਸਦੀ ਹੈ, ਰਵਾਇਆ ਰੋਂਦੀ ਹੈ। ਫੁਰਨੇ ਹੀ ਉੱਠਦੇ ਨੇ, ਹੱਸਣ ਦੇ, ਰੋਣ ਦੇ, ਪਿੱਟਣ ਦੇ, ਜੰਮਣ ਦੇ, ਮਰਨ ਦੇ। ਫੁਰਨਿਆਂ ਕਰਕੇ ਸਾਰੇ ਚੱਕਰ ਪੈਂਦੇ ਨੇ। ਫੁਰਨਾ ਹੀ ਮਿਟ ਗਿਆ ਤੇ ਸਾਰਾ ਚੱਕਰ ਹੀ ਮਿਟ ਜਾਂਦਾ ਹੈ। ਹੋਏ ਸੁਚੇਤ ਰਹਿ ਚੌਂਕੀਦਾਰ। ਕਹਿੰਦੇ ਉਹ ਮਨ ਦੇ ਮੁਨਸਬ ਹੁੰਦੇ ਨੇ, ਚੌਂਕੀਦਾਰ ਹੋ ਕੇ ਰਹਿੰਦੇ ਨੇ। ਜਿਵੇਂ ਚੌਂਕੀਦਾਰ ਡੰਡਾ ਫੜ ਕੇ ਕਹਿੰਦਾ ਜਾਗਦੇ ਰਹੋ
ਤਿਆਰ ਬਰ ਤਿਆਰ ਰਹਿ ਕੇ ਰਾਤ ਨੂੰ ਪਹਿਰਾ ਦਿੰਦਾ ਹੈ, ਸਿਕਿਉਰਿਟੀ ਕਰਦਾ ਹੈ। ਇੱਦਾਂ ਵਾਹਿਗੁਰੂ ਪਰਮੇਸ਼ਰ ਦੇ ਸੰਤ ਮਨ ਦੇ ਮੁਨਸਬ, ਮਨ ਦੇ ਉੱਤੇ ਚੌਂਕੀਦਾਰਾ ਕਰਦੇ ਨੇ। ਹਾਂਜੀ, ਮਤ ਫੁਰਨਾ ਕਬ ਉਠੈ ਹਮਾਰੋ। ਉਹ ਖਿਆਲ ਰੱਖਦੇ ਨੇ ਫੁਰਨਾ ਨਾ ਉੱਠੇ ਮਨ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨੇ ਫੁਰਨੇ ਸਾਡੇ ਦਿਹਾੜੀ 'ਚ ਉੱਠਦੇ ਨੇ, ਹਜ਼ਾਰਾਂ ਫੁਰਨੇ ਰੋਜ਼ ਉੱਠਦੇ ਨੇ। ਪਰ ਉਹਨਾਂ ਸੰਤਾਂ ਦੀ ਤੇ ਸਾਡੇ 'ਚ ਇਹ ਫਰਕ ਹੈ ਸਾਧ ਸੰਗਤ ਜੀ, ਉਹ ਫੁਰਨੇ 'ਤੇ ਕੰਟਰੋਲ ਰੱਖਦੇ ਨੇ, ਫੁਰਨਾ ਉੱਠਣ ਨਹੀਂ ਦਿੰਦੇ। ਉਹ ਉਠਨ ਨ ਦੇਤ ਰਹਿ ਮਨ ਮਾਰੋ। ਮਹਾਰਾਜ ਸਾਈਂ ਮੀਆਂ ਮੀਰ ਜੀ ਬਾਦਸ਼ਾਹ ਨੂੰ ਦੱਸਦੇ ਨੇ, ਉਹਨਾਂ ਸੰਤਾਂ ਨੇ ਆਪਣਾ ਮਨ ਮਾਰ ਲਿਆ ਹੁੰਦਾ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਹਾਂਜੀ, ਪਾਏ ਅਵਸਥਾ ਮ੍ਰਿਤਕ ਮਨਿੰਦ। ਉਹਨਾਂ ਦੀ ਅਵਸਥਾ ਮੁਰਦੇ ਵਰਗੀ ਹੁੰਦੀ ਹੈ। ਜਿਵੇਂ ਮੁਰਦੇ ਦੇ ਮਨ 'ਚ ਕੋਈ ਫੁਰਨਾ ਨਹੀਂ ਉੱਠਦਾ, ਮੁਰਦਾ ਜਿੱਥੇ ਪਿਆ ਪਿਆ, ਇੱਦਾਂ ਹੀ ਉਹ ਜਿੱਥੇ ਬੈਠੇ ਬੈਠੇ ਹੈ। ਕੋਈ ਫੁਰਨਾ ਖਾਣ ਪੀਣ, ਪਹਿਨਣ, ਹੱਸਣ ਖੇਡਣ, ਨੱਚਣ ਟੱਪਣ ਦਾ, ਕਿਸੇ ਤਰ੍ਹਾਂ ਦਾ ਵੀ ਚੰਗਾ ਮਾੜਾ ਕੋਈ ਵੀ ਫੁਰਨਾ ਹੁੰਦਾ ਹੀ ਨਹੀਂ। ਹਾਂਜੀ, ਮਗਨ ਰਹਿ ਨਿਤ ਬ੍ਰਹਮਾਨੰਦ। ਉਹ ਬ੍ਰਹਮ ਆਨੰਦ ਵਿੱਚ ਮਗਨ ਰਹਿੰਦੇ ਨੇ, ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੇ ਆਨੰਦ ਵਿੱਚ ਰਹਿੰਦੇ ਨੇ। ਜਿਮ ਸ਼੍ਰੀ ਰਾਮਦਾਸ ਕੇ ਨੰਦਨ। ਹੇ ਬਾਦਸ਼ਾਹ ਦੇਖ, ਜਿਵੇਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੇ ਪੁੱਤਰ ਸ਼੍ਰੀ ਅਰਜਨ ਦੁਖ ਦੋਖ ਗੁਰੂ ਨਿਕੰਦਨ। ਅਰਜਨ ਦੇਵ ਜੀ ਮਹਾਰਾਜ ਦੁੱਖਾਂ ਤੇ ਦੋਸ਼ਾਂ ਦਾ ਨਾਸ ਕਰਨ ਵਾਲੇ, ਸ਼ਾਂਤੀ ਦੇ ਧੀਰਜ ਦੇ ਸੋਮੇ ਔਰ ਅਜਰ ਨੂੰ ਜਰਨ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਮੈਂ ਦੇਖੇ ਨੇ। ਲਵਪੁਰ ਮੈਂ ਜਬ ਕੈਦ ਪਰੇ ਹੈ। ਜਦੋਂ ਲਾਹੌਰ ਦੇ ਵਿੱਚ ਤੁਸੀਂ ਬੁਲਾਇਆ ਸੀ ਨਾ ਬਾਦਸ਼ਾਹ, ਉਹਨਾਂ ਨੂੰ ਕੈਦ ਕਰ ਲਿਆ ਸੀ ਚੰਦੂ ਨੇ ਆਪਣੇ ਘਰ। ਨਰ ਦੁਸ਼ਟਨ ਬਹੁਤ ਤੰਗ ਕਰੇ ਹੈ। ਚੰਦੂ ਵਰਗੇ ਦੁਸ਼ਟਾਂ ਨੇ ਗੁਰੂ ਜੀ ਨੂੰ ਬੜਾ ਤੰਗ ਕੀਤਾ ਸੀ ਬਾਦਸ਼ਾਹ। ਉਹਨਾਂ ਨੂੰ ਤਤੀਆਂ ਤਵੀਆਂ ਤੇ ਬਹਾਇਆ ਸੀ, ਤੱਤਾ ਰੇਤਾ ਸੀਸ ਵਿੱਚ ਪਾਇਆ ਸੀ, ਦੇਗ ਵਿੱਚ ਉਬਾਲਿਆ ਸੀ। ਬੜੇ ਅਸਹਿ ਤੇ ਅਕਹਿ ਕਸ਼ਟ ਦਿੱਤੇ ਸਨ ਉਹਨਾਂ ਨੂੰ। ਲਾਖ ਦਰਬ ਦੇਹੁ ਸੁਪਤਨ ਦੇਵੈ। ਬਾਦਸ਼ਾਹ ਕਹਿੰਦਾ, ਚੰਦੂ ਕਹਿੰਦਾ ਸੀ ਕਿ ਗੁਰੂ ਜੀ ਜੇ ਲੱਖ ਰੁਪਇਆ ਦਿਓਗੇ ਤੁਹਾਨੂੰ ਸੌਣ ਦਿਆਂਗਾ। ਹਾਂਜੀ, ਪਾਨ ਕਰਹੁ ਤਾਂ ਭੀ ਲਖ ਲੇਵੈ। ਪਾਣੀ ਪੀਣਾ ਤੇ 1 ਲੱਖ ਰੁਪਇਆ ਲੈ ਕੇ ਪਾਣੀ ਪਿਆਵਾਂਗਾ। ਸੁਨ ਗੁਰ ਕਹਿਓ ਨ ਖਾਏ ਨ ਪੀਵੈ। ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਅਸੀਂ ਨਾ ਪਾਣੀ ਪੀਣਾ ਨਾ ਰੋਟੀ ਖਾਣੀ ਹੈ। ਨਹਿ ਸੁਪਤ ਹੈ ਇੱਕ ਥਲ ਥਿਰ ਥੀਵੈ। ਅਸੀਂ ਜਿੱਥੇ ਬੈਠੇ ਹਾਂ ਇੱਥੇ ਠੀਕ ਹਾਂ, ਅਸੀਂ ਸੌਣਾ ਵੀ ਕੋਈ ਨਹੀਂ। ਹੋਤੇ ਸੰਗ ਸਿੱਖ ਪਿਖ ਦੁਖ ਲਹਿਓ। ਮਹਾਰਾਜ ਦੇ ਨਾਲ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਬੜਾ ਦੁੱਖ ਲੱਗਿਆ। ਸਾਈਂ ਮੀਆਂ ਮੀਰ ਜੀ ਕਹਿੰਦੇ ਮੈਨੂੰ ਵੀ ਬੜਾ ਦੁੱਖ ਲੱਗਾ ਸੀ। ਜੇਠੇ ਅਪਰ ਪੁਰਾਣੇ ਕਹਿਓ। ਭਾਈ ਜੇਠੇ ਦੇ ਪੁਰਾਣੇ ਨੇ ਗੁਰੂ ਸਾਹਿਬ ਨੂੰ ਕਿਹਾ। ਸਾਈਂ ਮੀਆਂ ਮੀਰ ਜੀ ਨੇ ਵੀ ਇਹ ਗੱਲ ਕਹੀ। ਹੋਰ ਵੀ ਜੋਗੀਆਂ ਪੀਰਾਂ ਨੇ ਆ ਕੇ ਗੱਲ ਕਹੀ ਕਿ ਮਹਾਰਾਜ ਸਾਨੂੰ ਮਾੜਾ ਜਿਹਾ ਹੁਕਮ ਤਾਂ ਦਿਓ, ਫਿਰ ਵੇਖੋ ਇਹਨਾਂ ਮੁਗਲਾਂ ਦਾ ਕੀ ਹਾਲ ਕਰਦੇ ਆ। ਜੇ ਅਬ ਹੋਵੈ ਹੁਕਮ ਹਜੂਰ। ਜੇ ਹੁਣ ਆਪ ਜੀ ਦਾ ਗੁਰੂ ਜੀ ਸਾਨੂੰ ਹੁਕਮ ਹੋ ਜਾਵੇ, ਇਸ਼ਾਰਾ ਹੋ ਜਾਵੇ। ਲਵਪੁਰ ਦਿੱਲੀ ਕਰ ਦਇਓ ਚੂਰ। ਭਾਈ ਪੁਰਾਣਾ ਭਾਈ ਜੇਠਾ ਕਹਿੰਦੇ ਸੀ ਅਸੀਂ ਦਿੱਲੀ ਲਾਹੌਰ ਦੀ ਅੱਟਣ ਹੇਠ ਖੜਕਾ ਦਿਆਂਗੇ। ਇਹ ਕਿਆ ਵਸਤ ਅਵਗਿਆ ਕਰੈ। ਇਹ ਕੀ ਚੀਜ਼ ਨੇ ਤੁਰਕ ਜਿਹੜੇ ਬੇਅਦਬੀ ਕਰਦੇ ਆਪ ਜੀ ਦੀ। ਕਰਹੁ ਨਾਸ਼ ਨਹਿ ਥਿਰਤਾ ਧਰੈ। ਮਹਾਰਾਜ ਇਹਨਾਂ ਨੂੰ ਇੱਕ ਪਲ ਵਿੱਚ ਨਾਸ ਕਰ ਦਈਏ, ਨਜ਼ਰ ਹੀ ਨਾ ਆਉਣ ਦੁਸ਼ਟ। ਕਹਿਓ ਗੁਰ ਤੁਮ ਕਿਤ ਤੇ ਪਾਈ। ਤੇ ਗੁਰੂ ਸਾਹਿਬ ਨੇ ਆਖਿਆ ਸੀ ਭਾਈ ਜੇਠੇ ਤੂੰ ਕਿੱਥੋਂ ਪਾਈ ਹੈ ਸ਼ਕਤੀ। ਪ੍ਰਭੂ ਲੀਨੀ ਤੁਮ ਸੇਵ ਕਮਾਈ। ਭਾਈ ਜੇਠਾ ਦੇ ਪੁਰਾਣਾ ਕਹਿਣ ਲੱਗੇ ਸੀ ਮਹਾਰਾਜ ਤੁਹਾਡੀ ਕਿਰਪਾ ਕਰਕੇ, ਤੁਹਾਡੀ ਸੇਵਾ ਕਰਕੇ ਹੀ ਮਿਲੀ ਹੈ। ਕਰਤ ਸੇਵ ਲੀਨਸ ਜਿਹ ਪਾਸੀ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਇੰਨੀ ਸ਼ਕਤੀ ਲਈ ਹੈ, ਤਿਨ ਮਹਿ ਸ਼ਕਤ ਹੈ ਕਹਿ ਨਾਹੀ। ਉਹਨਾਂ ਵਿੱਚ ਸ਼ਕਤੀ ਹੈ ਕਿ ਨਹੀਂ? ਯਾਨੀ ਸਾਡੀ ਸੇਵਾ ਕਰਕੇ ਤੁਹਾਨੂੰ ਸ਼ਕਤੀ ਮਿਲ ਗਈ, ਸਾਡੇ 'ਚ ਫਿਰ ਸ਼ਕਤੀ ਕੋਈ ਨਹੀਂ। ਹਾਂਜੀ, ਹੇ ਪ੍ਰਭੂ ਤੁਮ ਮਹਿ ਸ਼ਕਤ ਅਨੰਤ। ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਸਮੁੰਦਰ ਹੋ ਸ਼ਕਤੀਆਂ ਦੇ, ਕਰਾਮਾਤਾਂ ਦੇ ਭੰਡਾਰੇ ਹੋ ਸਤਿਗੁਰੂ ਜੀ। ਆਦ ਨ ਅੰਤ ਮਹਾ ਭਗਵੰਤ। ਤੁਹਾਡੀ ਸ਼ਕਤੀ ਦਾ ਕੋਈ ਆਦ ਅੰਤ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਤੁਸੀਂ ਪਰਮੇਸ਼ਰ ਦਾ ਹੀ ਰੂਪ ਹੋ ਮਹਾਰਾਜ। ਹੁਕਮ ਭਇਓ ਕਰ ਤੂਸ਼ਨ ਧਰਨੇ। ਤੇ ਮਹਾਰਾਜ ਕਹਿਣ ਲੱਗੇ ਫਿਰ ਚੁੱਪ ਕਰਕੇ ਸਾਡੀ ਲੀਲਾ ਵੇਖੀ ਚੱਲੋ, ਸਾਡੇ ਕੰਮ 'ਚ ਦਖਲ ਨਾ ਦਿਓ, ਕਰਾਮਾਤਾਂ ਦਿਖਾਉਣ ਦੀਆਂ ਗੱਲਾਂ ਨਾ ਕਰੋ। ਅਸੀਂ ਭਾਣਾ ਮੰਨਣਾ ਸਿਖਾ ਰਹੇ ਹਾਂ ਸਿੱਖਾਂ ਨੂੰ। ਕਾਰਨ ਸਰਬ ਆਪ ਹੈ ਕਰਨੇ। ਤੇ ਮਹਾਰਾਜ ਨੇ ਸਾਰੇ ਕਾਰਜ ਕਰਨੇ ਸਨ ਜੋ ਉਹ ਕੀਤੇ। ਆਪ ਸ਼ਹੀਦ ਹੋ ਗਏ ਪੰਜਵੇਂ ਪਾਤਸ਼ਾਹ। ਭਾਣਾ ਨਹੀਂ ਮੋੜਿਆ ਤੇਰਾ ਕੀਆ, ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਬਚਨ ਸਾਈਂ ਮੀਆਂ ਮੀਰ ਜੀ ਬਾਦਸ਼ਾਹ ਨੂੰ ਸੁਣਾ ਰਹੇ ਨੇ।
ਬਾਦਸ਼ਾਹ ਦੇ ਕੰਨ ਖੁੱਲ੍ਹ ਗਏ ਨੇ। ਅੱਗੇ ਕਥਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ